जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। माधवे क्या कहिए भ्रम ऐसा, जैसा मानिए हुए न तैसा रहाऊ। नरपत एक सिंहासन सोया, सुपने पिया भिखारी। अछत राज बिछरत दुख पाया, सो गत भई हमारी। राज पोए अंग प्रसंग जैसे है, अब कछ मर्म जनाया। अनिक कटक जैसे फूल परे, अब कहते कहन न आया। सर्बे एक अनेक स्वामी, सब खट भोग सोई। कह रविदास हाथ पैने रे, सहजी हुए सो होई। सर्बे एक अनेक स्वामी, सब खट भोग सोई। कह रविदास हाथ पैने रे, सहजे हुए सो होई। वाहिगुरु जी का खालसा, वाहिगुरु जी की फतेह। राग सोरठ बाणी भगत रविदास जी की। एक ओंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। धन धन जुगो जुग अटल श्री गुरु ग्रंथ साहिब जी की साझी नवाजी गुरु प्यारी गुरु सवारी गुरु रूप साध संगत जीओ। वडभागे हाँ जी, पातशाह जी की बाणी दे नाल बचना नाल कीर्तन नाल जुड़ के गुरु घर दा ओट आसरा पातशाह जी की गोदा निग आनंद मान रहे हैं जी। स्वादे हुक्मा दी दात धन धन जुग जुग अटल चबर छत्र के मालिक बाणी के बोहित गरीब निवास श्री गुरु ग्रंथ साहिब जी दे पावन अंग 657 ते 58 ते सुभाएमान हन जी। राग सोरठ दे विच भगत रविदास जी की बाणी दे हुक्म एक ओंकार सतगुर प्रसाद तो आरंभता करते हुए भगत रविदास जी ज्ञान बख्शिश करते हैं कि परमात्मा भाई एक है, सतगुर प्रसाद उहदी किरपा दे नाल ही उहदी प्राप्ति हो सकती है, उहदी मेहर सदका। जब हम होते तब तू नाही, अब तू ही मैं नाही। जब हम होते हे अकाल पुरख पातशाह, जिथे होमे हंकार हुंदा है उत्थे परमात्मा प्रकाशवान नहीं हुंदा। उथे उहदी दया सहजता निमरता जिहड़ी कि परमात्मा दे प्रतीक ने
ਉਹ ਹੁੰਦੇ ਹੀ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀਓ। ਜਿੱਥੇ ਲੋਭ ਮੋਹ ਹੰਕਾਰ ਕ੍ਰੋਧ ਵੈਰ ਹੋਏਗਾ, ਵਿਰੋਧ ਹੋਏਗਾ, ਉੱਥੇ ਪ੍ਰਮਾਤਮਾ ਸਾਧ ਸੰਗਤ ਜੀਓ ਪਨਪਦਾ ਹੀ ਨਹੀਂ, ਆਉਂਦਾ ਹੀ ਨਹੀਂ ਨਜ਼ਦੀਕ। जब हम होते तब तू नाही, अब तू ही मैं नाही, अब तू ही मैं नाही। अकाल पुरख जदों किरपा हो जाए, ਉਹਦੀ ਗੁਰਬਾਣੀ ਦੀ ਰਹਿਮਤ ਦਿਆ ਸਦਕਾ ਸਾਧ ਸੰਗਤ ਜੀਓ ਮਨ ਦੇ ਵਿੱਚੋਂ ਇਹ ਵਿਕਾਰਾਂ ਦੀ ਜਿਹੜੀ ਪੰਡ ਹੈ ਉਹ ਖਤਮ ਹੋ ਜਾਏ, ਨਸ਼ਟ ਹੋ ਜਾਏ, ਭਾਰ ਉਤਰ ਜਾਏ ਨਾ ਗੁਰੂ ਪਿਆਰੀ ਸਾਧ ਸੰਗਤ ਜੀਓ, ਫਿਰ ਪਰਮਾਤਮਾ ਹਰੇਕ ਪਾਸੇ ਹਰੇਕ ਕੁਦਰਤ ਦੇ ਵਿੱਚ ਮਨੁੱਖ ਦੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ। अनल अगम जैसे लहर में उदित जल केवल जल माई। हुण मनुख की अवस्था दसी है परमात्मा जी ने, पातशाह जी ने इस पंक्ति च। रविदास महाराज आखदे ना, अनल अगम भाई तेरी ये क्रिया सिर्फ इन्ना को तेरा पसारे मनुखा। अनल अगम जैसे लहर, जिस तरह अनल बहुत वड्डा सागर दरिया होवे ना, जैसे लहर में उदित ਉਹਦੀਆਂ ਪਾਣੀ ਦੀਆਂ ਛੱਲਾਂ ਹੁੰਦੀਆਂ ਨੇ ਨਾ, ਨਿੱਕੀਆਂ ਨਿੱਕੀਆਂ ਜਿਨ੍ਹਾਂ ਦਾ ਕੋਈ ਟਿਕਾਊ ਹੀ ਨਹੀਂ ਹੁੰਦਾ, ਉਹ ਛੱਲਾਂ ਉੱਠਦੀਆਂ ਨੇ ਸੰਸਾਰ ਦੇ ਵਿੱਚ, ਖਲਬਲੀ ਮਚਦੀ ਏ। ਕਿਤੇ ਕਿਤੇ ਛੱਲਾਂ ਜਿਹੜੀਆਂ ਸਮੁੰਦਰ ਦੇ ਕਿਨਾਰੇ ਤੇ ਸਾਗਰ ਦੇ ਕਿਨਾਰੇ ਤੇ ਹੁੰਦੀਆਂ, ਉਹ ਛੱਲਾਂ ਬਾਹਰ ਵੀ ਵੱਜਦੀਆਂ ਨੇ ਤੇ 20-20 100-100 ਫੁੱਟ ਤੱਕ ਛੱਲ ਹੁੰਦੀ ਏ ਪਾਣੀ ਦੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅਖੀਰ 'ਚ ਜਾਂਦੀ ਕਿੱਥੇ ਹੈ? ਜਲ ਕੇਵਲ ਜਲ ਮਾਹੀ। ਸਮੁੰਦਰ ਦਾ ਜਲ ਸਮੁੰਦਰ ਦੇ ਵਿੱਚ ਚਲਾ ਜਾਂਦਾ ਹੈ। ਅਸੀਂ ਵੀ ਉਹਦੇ ਅੰਸ਼ ਆ। ਇਸੇ ਤਰ੍ਹਾਂ ਸਾਨੂੰ ਉਦਾਹਰਨ ਦੇਖ ਕੇ ਰਵਿਦਾਸ ਮਹਾਰਾਜ ਸਮਝਾਉਂਦੇ ਨੇ, ਭਾਈ ਮਨੁੱਖਾ ਇਸੇ ਤਰ੍ਹਾਂ ਤੇਰਾ ਵੀ ਜੀਵਨ ਹੈ। ਪਰਮਾਤਮਾ ਦੇ ਵਿੱਚੋਂ ਉਹਨੇ ਤੈਨੂੰ ਆਪਣਾ ਅੰਸ਼ ਇਹ ਸੰਸਾਰ ਤੇ ਸਿਮਰਨ ਦੇ ਲਈ ਭੇਜਿਆ, ਉਹਦੇ ਨਾਲ ਜੁੜ, ਕਿਉਂਕਿ ਅਖੀਰ ਨੂੰ ਉਹਦੇ ਵਿੱਚ ਹੀ ਤੂੰ ਸਮਾ ਜਾਣਾ ਹੈ। ਬੱਚੇ ਦਾ ਜਨਮ ਹੁੰਦਾ, ਅਸੀਂ ਆਖਦੇ ਹਾਂ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਹਾਂ, ਤੇ ਅਖੀਰ ਵੇਲਾ ਆਉਂਦਾ ਤੇ ਅਸੀਂ ਆਖਦੇ ਹਾਂ ਮੌਤ ਆਈ। ਗੁਰੂ ਪਿਆਰਿਓ, ਮੌਤ ਨਹੀਂ ਆਉਂਦੀ ਅਖੀਰ ਤੇ, ਮੌਤ ਤੇ ਪਹਿਲਾਂ ਹੀ ਆ ਜਾਂਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਉਸ ਵਕਤ ਉਹ ਨਾਲ ਹੁੰਦੀ ਹੈ। ਅਨਲ ਅਗਮ ਜੈਸੇ ਲਹਿਰ ਮੈਂ ਉਦਿਤ ਜਲ ਕੇਵਲ ਜਲ ਮਾਹੀ ਹੈ। ਭਾਈ ਇਸ ਗੱਲ ਨੂੰ ਯਾਦ ਰੱਖੀ ਕਿ ਆਪਣੇ ਜੀਵਨ ਦੇ ਵਿੱਚ ਕਦੇ ਵੀ ਆਪਣੇ ਜੀਵਨ ਨੂੰ ਭਟਕਣ ਨਾ ਦਈ। ਇਹਨੂੰ ਸੰਸਾਰ ਦੇ ਲੋਭ ਵਿੱਚ, ਸੰਸਾਰ ਦੀ ਮਾਇਆ ਦੇ ਵਿੱਚ, ਜਿਹਨੂੰ ਭਰਮ ਨੂੰ ਤੂੰ ਚੰਗਾ ਸਮਝੀ ਬੈਠਾ ਨਾ, ਉਹਦੇ ਵਿੱਚ ਗਰਕ ਨਾ ਹੋ ਜਾਈ। ਮਾਧਵੇ ਕਿਆ ਕਹੀ ਹੈ ਭ੍ਰਮ ਐਸਾ। ਮਾਧੋ ਹੀ ਅਕਾਲ ਪੁਰਖ ਪਰਮਾਤਮਾ, ਪਿਆਰ ਨਾਲ ਰਵਿਦਾਸ ਮਹਾਰਾਜ ਜੀ ਮਾਧਵੇ ਮਾਧੋ ਆਖਦੇ ਸਨ ਪਾਤਸ਼ਾਹ ਨੂੰ, ਅਕਾਲ ਪੁਰਖ ਨੂੰ। ਕਿਆ ਕਹੀ ਹੈ ਭ੍ਰਮ ਐਸਾ, ਇਹ ਭਰਮ ਅਕਾਲ ਪੁਰਖ ਇਹਦਾ ਕੀ ਆਖਾਂ ਮੈਂ, ਇਹਦਾ ਕੋਈ ਪਸਾਰ ਨਹੀਂ। ਜੈਸਾ ਮਾਨੀਐ ਹੋਏ ਨਾ ਤੈਸਾ, ਜਿਸ ਤਰ੍ਹਾਂ ਦਾ ਇਹ ਦਿਖਦਾ ਹੈ ਨਾ, ਉਸ ਤਰ੍ਹਾਂ ਦਾ ਹੈ ਨਹੀਂ। ਭਾਵ ਕਿਸ ਤਰ੍ਹਾਂ? ਸੰਸਾਰ ਦੇ ਉੱਤੇ ਅਸੀਂ ਦੇਖਦੇ ਹਾਂ, ਦੁਨੀਆਦਾਰੀ ਦੇ ਵਿੱਚ ਬਚਪਨ ਹੁੰਦਾ ਹੈ। ਬਚਪਨ ਦੇ ਵਿੱਚ ਬੱਚਾ, ਮਾਂ ਬਾਪ ਉਹਦੀ ਸੇਵਾ ਕਰਦੇ ਨੇ, ਉਹਨੂੰ ਖਿਡੌਣੇ ਲਿਆ ਕੇ ਦਿੰਦੇ ਨੇ, ਖਾਣ ਪੀਣ ਨੂੰ ਉਹਦੇ ਮਨ ਦੀਆਂ ਜਿਹੜੀਆਂ ਚਾਹਵਾਨ ਚੀਜ਼ਾਂ ਵਸਤੂਆਂ ਹੁੰਦੀਆਂ ਸਭ ਮਿਲਦੀਆਂ ਨੇ। ਬੱਚਾ ਉੱਥੋਂ ਹੀ ਸ਼ੁਰੂ ਹੋ ਜਾਂਦਾ, ਉਹਨੂੰ ਲਾਡ ਪੈ ਜਾਂਦਾ ਸੰਸਾਰ ਦੀਆਂ ਲੋੜਾਂ ਦੇ ਨਾਲ, ਪਿਆਰ ਮੋਹ ਪੈ ਜਾਂਦਾ ਸੰਸਾਰ ਦੀਆਂ ਵਸਤੂਆਂ ਦੇ ਨਾਲ। ਫਿਰ ਵੱਡਾ ਹੁੰਦਾ ਏ, ਫਿਰ ਆਪ ਉਹਨਾਂ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੰਦਾ ਏ, ਪਰਿਵਾਰ ਦਾ ਮੋਹ ਪੈ ਜਾਂਦਾ ਏ। ਬਜ਼ੁਰਗ ਅਵਸਥਾ ਆਉਂਦੀ ਏ, ਫਿਰ ਵੀ ਬਜ਼ੁਰਗ ਅਵਸਥਾ 'ਚ ਵੀ ਕੋਈ ਨਾ ਕੋਈ ਮੋਹ ਪਿਆਰ ਮਨੁੱਖ ਰੱਖਦਾ ਏ ਇਸ ਸੰਸਾਰ ਤੋਂ। ਇਸ ਲਈ ਰਵਿਦਾਸ ਮਹਾਰਾਜ ਆਖਦੇ ਨੇ, ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਰਹਾਉ ਨਰਪਤ ਏਕ ਸਿੰਘਾਸਨ ਸੋਇਆ। ਵਿਸ਼ਰਾਮ ਤੋਂ ਅੱਗੇ ਨਰਪਤ ਭਾਵ ਕਿ ਜਿਹਦੇ ਕੋਲ ਬੜੀ ਮਾਇਆ ਦੌਲਤਮਾਨ ਹੋਵੇ, ਏਕ ਸਿੰਘਾਸਨ ਸੋਇਆ। ਹੁਣ ਅਸੀਂ ਇੱਥੇ ਪਾਤਸ਼ਾਹ ਜੀ ਉਦਾਹਰਨ ਇੱਕ ਰਾਜੇ ਦੀ ਦੇ ਦਿੰਦੇ ਨੇ। ਅਮੀਰ ਰਾਜਾ ਸਿੰਘਾਸਨ ਸੋਇਆ, ਸਿੰਘਾਸਨ ਦੇ ਉੱਤੇ ਆਪਣੇ ਪਲੰਘ ਤੇ ਸੁੱਤਾ। ਸੁਪਨੇ ਪਿਆ ਭਿਖਾਰੀ, ਸੁਪਨੇ ਦੇ ਵਿੱਚ ਉਹਨੂੰ ਇਸ ਤਰ੍ਹਾਂ ਜਾਪਿਆ ਕਿ ਮੈਂ ਭਿਖਾਰੀ ਹੋ ਗਿਆ ਆ, ਮੇਰਾ ਤੇ ਸਾਰਾ ਰਾਜ ਖਤਮ ਹੋ ਗਿਆ, ਮੇਰਾ ਸੰਸਾਰ, ਮੇਰੀ ਸੈਨਿਕ, ਮੇਰੇ ਘੋੜੇ ਹਾਥੀ, ਇਹ ਸਭ ਮੈਥੋਂ ਛਿਨ ਲਏ ਨੇ, ਦੂਰ ਹੋ ਗਏ ਨੇ। ਸੁਪਨੇ ਪਿਆ ਭਿਖਾਰੀ ਅਛਤ ਰਾਜ। ਫਿਰ ਐਡਾ ਵੱਡਾ ਰਾਜ ਗੁਰੂ ਪਿਆਰੇ ਸਾਧ ਸੰਗਤ ਜੀ ਜਦੋਂ ਵਿਛੜ ਗਿਆ ਨਾ,
ते बड़ा दुख होया। दुख पाया सो गत भई हमारी, ऐसी गत मनुखा तेरी भी है, यही हाल तेरा। पता है कि परमात्मा का जिहड़ा नाम मिलिया है उथों दरगाह दे विचों परमात्मा ने तोरिया सी, ते यही गलबात मैं ਉਹਦੇ ਨਾਲ करके आया सां, भरोसा दवा के आया सां कि तेरा नाम जपांगा। पर दुनियादारी के धंधिਆਂ ਦੇ ਵਿੱਚ ਉਹਦੇ ਲਈ कुछ समा कुछ घड़ी भी नहीं निकाल सकिया, नहीं कढ़ सकिया। सो गुरु प्यारे साथ जी, ਜਦੋਂ ਕਿਸੇ ਮਨੁੱਖ ਨੂੰ ਠੋਕਰ ਲੱਗਦੀ ਹੈ ਤੇ ਜਾਂ ਤੇ ਉਹ ਅਸੀਂ ਵੇਖਦੇ ਆ ਨਸ਼ੇੜੀ ਬਣ ਜਾਂਦਾ, ਜਾਂ ਉਹ ਲਖਾਰੀ ਕਵਿਤਾਵਕ ਬਣ ਜਾਂਦਾ ਹੈ, ਤੇ ਜਾਂ ਫਿਰ ਉਹ ਰੱਬ ਦੇ ਘਰ ਵੱਲ ਨੂੰ ਤੁਰ ਪੈਂਦਾ ਹੈ, ਉਹਦੀ ਦਰਗਾਹ ਦੇ ਵੱਲ, ਉਹਦੇ ਚਰਨਾਂ ਵੱਲ ਜੁੜ ਜਾਂਦਾ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਤੁਲਸੀਦਾਸ ਜੀ ਦਾ ਗੋਸਵਾਮੀ ਆਖਿਆ ਗਿਆ, ਗੋਸਵਾਮੀ ਉਹਨਾਂ ਨੂੰ ਮੰਨਣ ਵਾਲੇ ਗੋਸਵਾਮੀ ਤੁਲਸੀਦਾਸ ਆਖਿਆ ਗਿਆ ਹੈ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀ, ਤੁਲਸੀਦਾਸ ਜੀ ਦਾ ਜੀਵਨ ਅਸੀਂ ਚੰਗੀ ਤਰ੍ਹਾਂ ਥੋੜਾ ਬਹੁਤਾ ਸੁਣਿਆ ਹੋਇਆ ਹੈ, ਬੜਾ ਨਾਮ ਹੈ ਉਹਨਾਂ ਦਾ, ਸੰਤਾਂ 'ਚ ਬ੍ਰਹਮ ਗਿਆਨੀਆਂ 'ਚ ਆ ਜਾਂਦੇ ਨੇ ਤੁਲਸੀਦਾਸ ਜੀ। ਹੁਣ ਮੋਹ ਉਹਨਾਂ ਨੂੰ ਵੀ ਬੜਾ ਸੀ, ਪਰਮਾਤਮਾ ਨੇ ਠੋਕਰ ਉਹਨਾਂ ਨੂੰ ਵੀ ਮਾਰੀ। ਪਹਿਲਾਂ ਇਸ ਤਰ੍ਹਾਂ ਦਾ ਜੀਵਨ ਹੈ ਹੀ ਨਹੀਂ ਸੀ, ਰੱਬ ਦੇ ਘਰ ਵੱਲ ਤੁਰਨ ਵਾਲਾ ਜੀਵਨ ਨਹੀਂ ਸੀਗਾ। ਉਤੋਂ ਬਾਣਾ ਵੇਖਣ ਨੂੰ ਲੱਗਦੇ ਸਨ, ਦੁਨੀਆਦਾਰੀ ਆਖਦੀ ਸੀ, ਪਰ ਅੰਦਰੋਂ ਉਹ ਜੀਵਨ ਨਹੀਂ ਸੀ। ਠੋਕਰ ਲੱਗੀ ਕਿਸ ਤਰ੍ਹਾਂ? ਗੁਰੂ ਪਿਆਰੀ ਸਾਧ ਸੰਗਤ, ਤੁਲਸੀਦਾਸ ਜੀ ਦਾ ਇਤਨਾ ਵੱਡਾ ਜੀਵਨ ਵੇਖ ਕੇ ਨਾ, ਤੇ ਉਹਨਾਂ ਦੀ ਜਿਹੜੀ ਸੁਪਤਨੀ ਹੈ ਰਤਨਾ, ਉਹਨਾਂ ਦੇ ਪਿਤਾ ਜੀ ਨੇ ਦੇਖ ਕੇ ਜੀਵਨ, ਕਿਉਂਕਿ ਹੁਣ ਜਿਹੜੀ ਰਤਨਾ ਜੀ ਸੀ, ਰਤਨਾ ਦਾ ਜੀਵਨ ਵੀ ਬੜਾ ਹੀ ਪਰਉਪਕਾਰੀ ਸੀ। ਉਹ ਵੀ ਰੱਬ ਦੇ ਘਰ ਨਾਲ, ਪਰਮਾਤਮਾ ਨਾਲ ਜੁੜੀ ਸੀ, ਬਹੁਤ ਜ਼ਿਆਦਾ ਜੁੜੀ ਹੋਈ ਸੀ, ਮੋਹ ਪਿਆਰ ਬੜਾ ਮਨ 'ਚ ਰੱਖਦੀ ਸੀ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਇਸ ਤਰ੍ਹਾਂ ਵੇਖ ਕੇ ਰਤਨਾ ਦੇ ਪਿਤਾ ਨੇ ਰਤਨਾ ਦਾ ਜਿਹੜਾ ਕਾਰਜ ਸੀ ਮਨ 'ਚ ਸੋਚਿਆ ਕਿ ਮੇਰੀ ਬੱਚੀ ਉਹ ਪਰਮਾਤਮਾ ਨਾਲ ਜੁੜੀ ਹੈ, ਮੈਨੂੰ ਵੀ ਕੋਈ ਇਸ ਤਰ੍ਹਾਂ ਦਾ ਮਨੁੱਖ, ਕੋਈ ਮੁੰਡਾ ਪੁੱਤਰ ਮਿਲੇ ਕਿ ਜਿਹੜਾ ਇਸੇ ਤਰ੍ਹਾਂ ਰੱਬ ਦੇ ਘਰ ਨਾਲ ਜੁੜਿਆ ਹੋਵੇ। ਹੁਣ ਤੁਲਸੀਦਾਸ ਨੂੰ ਵੇਖਿਆ ਤੇ ਵੇਖ ਕੇ ਮਨ ਪ੍ਰਸੰਨ ਹੋਇਆ, ਤੇ ਗੁਰੂ ਪਿਆਰੀ ਸਾਧ ਸੰਗਤ ਤੁਲਸੀਦਾਸ ਜੀ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਵਿਆਹ ਹੋਇਆ ਗੁਰੂ ਪਿਆਰੇ ਸਾਧ ਸੰਗਤ ਜੀਓ। ਹੁਣ ਕੀ ਹੋਇਆ, ਥੋੜੇ ਕੁ ਦਿਨ ਬੀਤੇ, ਜਦੋਂ ਰਤਨਾ ਆਪਣੇ ਪੇਕੇ ਘਰ ਚੱਲੀ ਹੈ ਨਾ, ਤੇ ਗੁਰੂ ਪਿਆਰੇ ਸਾਧ ਸੰਗਤ ਘਰੋਂ ਤੁਰ ਪਈ ਹੈ। ਹੁਣ ਉਧਰ ਰਤਨਾ ਜਾ ਰਹੀ ਹੈ, ਕੁਝ ਕੁ ਸਮਾਂ ਬਤੀਤ ਹੋਇਆ, ਕੁਝ ਘੰਟੇ ਬਤੀਤ ਹੋਏ, ਇੱਧਰੋਂ ਮਨ ਉਦਾਸ ਹੋ ਗਿਆ ਤੁਲਸੀਦਾਸ ਜੀ ਦਾ। ਤੇ ਗੁਰੂ ਪਿਆਰੇ ਸਾਧ ਸੰਗਤ ਜੀ, ਉਹ ਪਰਮਾਤਮਾ ਦੀ ਬਾਣੀ 'ਚ ਵਿਚਾਰ 'ਚ ਕੀ ਧਿਆਨ ਲੱਗਣਾ ਸੀਗਾ, ਹੁਣ ਪਿੱਛੇ ਪਿੱਛੇ ਤੁਰ ਪਿਆ ਸੁਪਤਨੀ ਦੇ। ਹੁਣ ਰਤਨਾ ਆਪਣੇ ਪੇਕੇ ਘਰ ਪਹੁੰਚੀ ਏ, ਕੁਝ ਕੁ ਸਮੇਂ ਬਾਅਦ ਹੀ ਉੱਥੇ ਤੁਲਸੀਦਾਸ ਜੀ ਪਹੁੰਚ ਗਈ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀ, ਉਹ ਆਵਾਜ਼ ਮਾਰੀ ਦੂਰੋਂ, ਆਖਿਆ ਕਿ ਰਤਨਾ ਮੈਂ ਵੀ ਤੇਰੇ ਨਾਲ ਆ ਗਿਆ, ਮੈਂ ਵੀ ਆ ਗਿਆ ਤੇਰੇ ਮਗਰ ਮਗਰ। ਤੇ ਗੁਰੂ ਪਿਆਰੇ ਸਾਧ ਸੰਗਤ ਜੀ, ਉਹ ਰਤਨਾ ਨੇ ਆਖਿਆ। ਹੁਣ ਰਤਨਾ ਦਾ ਜਿਹੜਾ ਸੁਭਾਅ ਸੀ, ਉਹ ਗੁਰੂ ਪਿਆਰੇ ਸਾਧ ਜੀ ਠੰਡਾ ਵੀ ਸੀ, ਤੇ ਪਰ ਉਸ ਵਕਤ ਗੁਰੂ ਪਿਆਰੇ ਸਾਧ ਜੀ ਰਤਨਾ ਦਾ ਮਨ ਜਿਹੜਾ ਵਿਚਲਿਤ ਹੋ ਗਿਆ, ਸੁਭਾਅ ਨਿਮਰਤਾ ਗੁੱਸੇ ਦੇ ਵਿੱਚ ਪਰਿਵਰਤਨ ਹੋ ਗਈ। ਆਖਿਆ ਕਿ ਪਤੀ ਪਰਮੇਸ਼ਰ, ਤੁਸੀਂ ਮੇਰੇ ਮਗਰ ਕਿਉਂ ਆ ਗਏ ਹੋ? ਹੁਣ ਉੱਥੇ ਆਪਣੀ ਜਦੋਂ ਤੁਲਸੀਦਾਸ ਜੀ ਨੇ ਕਿਤਾਬ ਲਿਖੀ ਤੇ ਉਹਦੇ ਵਿੱਚ ਵੀ ਗੁਰੂ ਪਿਆਰੇ ਸਾਧ ਸੰਗਤ ਜੀ, ਉਹ ਆਪਣਾ ਵਿਆਕਰਣ ਜੀਵਨ ਦਾ ਕੀਤਾ ਨਾ, ਉਹਦੇ ਵਿੱਚ ਵੀ ਬਚਨ ਲਿਖੇ। ਤੇ ਗੁਰੂ ਪਿਆਰੇ ਸਾਧ ਸੰਗਤ ਬਹੁਤ ਕੋੜੇ ਬੋਲ ਉਸ ਵਕਤ ਜਦੋਂ ਰਤਨਾ ਨੇ ਬੋਲੇ ਨਾ, ਕਿ ਮੇਰਾ ਵੀ ਸਰੀਰ ਮਨੁੱਖਾ ਇਹ ਮਾੜ ਹਾਸ ਦਾ ਬਣਿਆ, ਗੰਦ ਦੀ ਪੋਟਲੀ ਸਭ ਕੁਛ ਹੈ ਇਹਦੇ ਵਿੱਚ, ਇੰਨਾ ਪਿਆਰ ਜੇ ਕਿਤੇ ਤੁਲਸੀਦਾਸ ਉਹ ਪਰਮਾਤਮਾ ਦੇ ਨਾਲ, ਘਰ ਦੇ ਨਾਲ, ਉਹਦੇ ਨਾਲ ਜੁੜਿਆ ਹੁੰਦਾ ਤੇ ਤੈਨੂੰ ਅੱਜ ਰੱਬ ਪ੍ਰਾਪਤ ਹੋ ਜਾਂਦਾ। ਤੂੰ ਵਿਆਕਰਨ ਕਰਦਾ, ਵਿਆਖਿਆਕਾਰ ਏ, ਪ੍ਰਚਾਰਕ ਏ, ਦੁਨੀਆ ਤੇ ਦੁਨੀਆ ਨੂੰ ਦੱਸਦਾ, ਤੂੰ ਆਪ ਕਿੱਥੇ ਭੱਲਿਆ ਭਟਕਿਆ ਫਿਰਦਾ। ਹੁਣ ਜਿੱਤੇ ਇਤਨੇ ਬਤਨ ਕਹੇ ਨਾ ਸਾਧ ਸੰਗਤ ਜੀਓ ਰਤਨਾ ਨੇ, ਹੁਣ ਜਿਹੜਾ ਮਨ ਸੀ ਤੁਲਸੀਦਾਸ ਦਾ ਬੈਰਾਗ ਦੇ ਵਿੱਚ ਆ ਗਿਆ, ਮੁੜ ਆਇਆ, ਆ ਕੇ ਕਾਮਕ ਗ੍ਰੰਥ ਦੀ ਸਾਧ ਸੰਗਤ ਜੀਓ ਤੁਲਸੀਦਾਸ ਜੀ ਨੇ ਪ੍ਰਮਤਾ ਕਰ ਦਿੱਤੀ ਤੇ ਗ੍ਰੰਥ ਲਿਖ ਦਿੱਤਾ।
इस बैराग दे विच। भाव कि जदों ठोकर लग जावे किसी नूं जीवन दे विच ते फिर उहदे दर घर दा पता लगदा है, सच्चाई फिर पता लगदी है। नरपत एक सिंघासन सोया, सुपने पिया भिखारी, अछत राज विचरत दुख पाया, सो गत ऐसी गत ऐसा स्वार्थ मनुख दा भी है। राज भुयंग प्रसंग जैसी है, अब कछ मर्म जनाया। ते कोई कोई टावा टावा होएगा जिन्हों ये प्रसंग सुन के एक ठोरता सुन के अकल आ जाए। अनिक कटक जैसे भूल परे, अब कहते कहन न आया। अकल आ जाए केड़ी? अनिक कटक हुण दूसरा उदाहरण दूसरी देती इत्थे मिलदी जुलदी। अनिक कटक जिस तरह अनिक भाव के किसी सोने दी डली नूं लै लईए, जैसे भूल परेब कहते कहन न आया। वो सोने की जिहड़ी डली है उहदे विचों पहलां ते साध संगत जी बना ले जान मुंदरी छाप कुछ भी है, शरीर दे वस्त्र बना ले जान, शरीर दे उत्ते पाउण वाले सोने दे गुरु प्यारे साध संगत जी आभूषण बना ले जान ना, ते फिर उन्हां आभूषणां नूं उन्हां नूं तोड़ के भन के फिर डली दे विच परिवर्तन कर दिता जावे। भाव कि वो सोना सोने तो वखरा कदे नहीं हो सकता। इसी तरह पातशाह जी आखदे हन, जिन्ना मर्जी मनुखा तू भुल के संसार ते वो परमात्मा नूं इन्हां दुनियादारी दे मगर लगा रहे, पर अखीर दे विच उहदे विच ही समाना है। सर्बे एक अनेकै स्वामी, सब घट भोगवै सोई। सर्बे एक अनेकै स्वामी, एक है परमात्मा, सबना दे विच ओ इक्को परमात्मा वसदा भोगदा पिया। कह रविदास हाथ पै नीरै, सिर्फ तेरे हथ करन दी देर है भाई। सहजे होई सो होई, सहज अवस्था दे नाल तैनूं ओ परमात्मा दी ਉਹਦੀ ਪ੍ਰਾਪਤੀ ਹੋ ਜਾਏਗੀ ਜਿਹੜੀ ਤੂੰ ਜਨਮਾਂ ਜਮਨਾ ਤੋਂ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ गुर प्रसाद जप आद सच जुगाद सच है भी सच नानक होसी भी सच। सतनाम वाहिगुरु सतनाम वाहिगुरु। जी सतनाम वाहिगुरु सतनाम वाहिगुरु। वाहिगुरु वाहिगुरु जी का खालसा वाहिगुरु जी की फतेह।